ट्रांजैक्शन जे ਉਹਦੇ ਵਿੱਚ 10 ਸਟੇਟਮੈਂਟਸ ਵੀ ਨੇ ਇੱਕ ਟ੍ਰਾਂਜੈਕਸ਼ਨਸ that should be taken as a single entity ਉਹ ਕੰਪਲੀਟ ਚੱਲੇ ਜਾਂ ਬਿਲਕੁਲ ਨਾ ਚੱਲੇ। ਰਿਕਵਰੀ ਉਦੋਂ ਹੁੰਦੀ ਹੈ ਜਦੋਂ ਅਟੋਮਿਸਿਟੀ ਖਰਾਬ ਹੋ ਜਾਵੇ, ਮਤਲਬ ਮੰਨ ਲਓ ਟ੍ਰਾਂਜੈਕਸ਼ਨ ਅੱਧੀ ਚੱਲ ਗਈ ਤਾਂ ਫਿਰ ਰਿਕਵਰੀ ਕਰਨੀ ਪਏਗੀ। ਕੰਸੀਡਰ ਏ ਬੈਂਕਿੰਗ ਸਿਸਟਮ ਐਂਡ ਦਾ ਟ੍ਰਾਂਜੈਕਸ਼ਨ ਟੀ that transfers ₹50 from account A to B। A ਤੋਂ B ਦੇ ਵਿੱਚ 50 ਰੁਪਏ ਟ੍ਰਾਂਸਫਰ ਕਰਨੇ ਨੇ। A ਅਕਾਊਂਟ ਹੈ, ਇੱਕ B ਅਕਾਊਂਟ ਹੈ। ਇਹਨਾਂ ਦੀਆਂ ਇਨੀਸ਼ੀਅਲ ਵੈਲਿਊਜ਼ ਨੇ 1000 ਐਂਡ 2000। A ਦੇ ਵਿੱਚ 1000 ਹੈ, B ਦੇ ਵਿੱਚ 2000 ਹੈ। ਹੁਣ ਜਦੋਂ ਟ੍ਰਾਂਸਫਰ ਕੰਪਲੀਟ ਹੋ ਜਾਏਗੀ ਤਾਂ A ਦੇ ਵਿੱਚ 950 ਰਹਿ ਜਾਣਗੇ ਐਂਡ B ਦੇ ਵਿੱਚ 2050 ਹੋ ਜਾਣਗੇ। ਇਹੀ ਹੋਣਾ ਚਾਹੀਦਾ। 50 ਰੁਪਏ ਉਧਰੋਂ ਘਟ ਜੇ, A ਚੋਂ 50 ਰੁਪਏ ਘਟਣੇ ਚਾਹੀਦੇ ਹੈ ਤੇ B ਦੇ ਵਿੱਚ 50 ਰੁਪਏ ਵਧਣੇ ਚਾਹੀਦੇ। ਪਰ ਮੰਨ ਲਓ ਵੀ A ਦੇ ਵਿੱਚੋਂ 50 ਰੁਪਏ ਕੱਢੇ ਗਏ, ਮਾਈਨਸ ਹੋ ਗਏ, ਪਰ B ਦੇ ਵਿੱਚ 50 ਰੁਪਏ ਜਮ੍ਹਾਂ ਹੋਣ ਤੋਂ ਪਹਿਲਾਂ ਟ੍ਰਾਂਜੈਕਸ਼ਨ ਫੇਲ ਹੋ ਗਈ। ਇਹਦਾ ਮਤਲਬ ਅਟੋਮਿਸਿਟੀ ਫੇਲ ਹੋ ਗਈ ਰਿਸਪੈਕਟਿਵਲੀ। Suppose that the system crash has occurred and during the execution of T, ठीक है, has occurred during the execution of T. Since the memory contents were lost, we could invoke one of the two possible recovery procedures. ਸਾਡੇ ਕੋਲੇ ਦੋ ਤਰੀਕੇ ਹੋ ਸਕਦੇ ਨੇ ਇਸ ਤੋਂ ਰਿਕਵਰੀ ਕਰਨ ਦੇ। ਪਹਿਲਾ, ਅਸੀਂ do not re-execute T। ਜੇ ਆਪਾਂ T ਨੂੰ re-execute ਨਾ ਕਰੀਏ ਤਾਂ ਕੀ ਹੋਏਗਾ? The current system state has the values 950 and 2000 for A and B। A ਦੇ ਵਿੱਚ 950 ਨੇ ਕਿਉਂਕਿ 50 ਰੁਪਏ ਮਾਈਨਸ ਹੋ ਗਏ ਸੀ। B ਦੇ ਵਿੱਚ 2000 ਹੀ ਨੇ ਕਿਉਂਕਿ ਜਮ੍ਹਾਂ ਹੋਏ ਨਹੀਂ, ਵਿਚਾਲੇ ਫੇਲ ਹੋ ਗਿਆ। ਤਾਂ ਇਹ ਵੈਲਿਊਜ਼ ਨੇ। ਹੁਣ ਜੇ ਅਸੀਂ ਇਸ ਨੂੰ ਦੁਬਾਰਾ ਐਗਜ਼ੀਕਿਊਟ ਨਹੀਂ ਕਰਦੇ ਫਿਰ ਉਹ ਇਸੇ ਸਟੇਟ 'ਚ ਰਹਿ ਜਾਏਗਾ। 50 ਰੁਪਏ ਕਿੱਥੇ ਚਲੇ ਗਏ ਉਹ ਨਹੀਂ ਪਤਾ ਲੱਗੇਗਾ। ਇਹਦਾ ਮਤਲਬ ਹੋ ਗਿਆ ਸਿਸਟਮ ਇਜ਼ ਇਨ ਇਨਕਨਸਿਸਟੈਂਟ ਸਟੇਟ। ਇਨਕਨਸਿਸਟੈਂਸੀ ਆ ਗਈ ਕਿਉਂਕਿ 50 ਰੁਪੀਜ਼ ਦਾ ਕੋਈ ਹੱਲ ਨਹੀਂ ਹੋ ਰਿਹਾ, ਮਾਈਨਸ ਤਾਂ ਹੋ ਗਏ ਪਲੱਸ ਹੋਈ ਨਹੀਂ। ਦੂਜਾ ਤਰੀਕਾ ਵੀ ਅਸੀਂ ਇਹਨੂੰ ਰੀ ਐਗਜ਼ੀਕਿਊਟ ਕਰ ਦਈਏ, ਦੁਬਾਰਾ ਚਲਾ ਦਿਓ ਟ੍ਰਾਂਜੈਕਸ਼ਨ, ਫਿਰ ਉਲਟਾ ਹੋ ਜਾਏਗਾ। ਫਿਰ ਕੀ ਆ, 50 ਰੁਪਏ ਦੁਬਾਰਾ ਫਿਰ ਮਾਈਨਸ ਹੋ ਜਾਣਗੇ। ਦਿਸ ਪ੍ਰੋਸੀਜਰ ਵਿਲ ਰਿਜ਼ਲਟ ਇਨ ਦਾ ਵੈਲਿਊ ਆਫ A ਬਿਕਮਿੰਗ 900 ਕਿਉਂਕਿ 950 ਪਹਿਲਾਂ ਸੀ, ਦੁਬਾਰਾ ਚਲਾ ਦੀ 50 ਹੋਰ ਲੈਸ ਹੋ ਗਏ। ਠੀਕ ਹੈ, ਦੂਜੇ ਪਾਸੇ 2050 ਹੋ ਜਾਣਗੇ ਪਰ ਇਧਰਲੇ ਪਾਸੇ 900 ਰਹਿ ਗਏ ਰਾਦਰ ਦੈਨ 950। ਦਸ ਦਾ ਸਿਸਟਮ ਐਂਟਰਸ ਇਨ ਇਨਕਨਸਿਸਟੈਂਟ ਸਟੇਟ ਅਗੇਨ। ਤਾਂ ਦੋਨਾਂ ਚੀਜ਼ਾਂ 'ਚ ਪ੍ਰੋਬਲਮ ਆਏਗੀ। ਸੋ ਇਸ ਕਰਕੇ ਨਾ ਤਾਂ ਅਸੀਂ ਉਸ ਟ੍ਰਾਂਜੈਕਸ਼ਨ ਨੂੰ ਉਸੇ ਤਰ੍ਹਾਂ ਛੱਡ ਸਕਦੇ ਹਾਂ, ਨਾ ਹੀ ਉਸ ਨੂੰ ਦੁਬਾਰਾ ਐਗਜ਼ੀਕਿਊਟ ਕਰ ਸਕਦੇ ਹਾਂ। ਦੋਨਾਂ ਕੇਸਿਸ ਦੇ ਵਿੱਚ ਪ੍ਰੋਬਲਮ। ਇਨ ਆਈਦਰ ਕੇਸ ਦਾ ਡਾਟਾਬੇਸ ਇਜ਼ ਲੈਫਟ ਇਨ ਦਾ ਇਨਕਨਸਿਸਟੈਂਟ ਸਟੇਟ ਐਂਡ ਦਸ ਦਿਸ ਸਿੰਪਲ ਰਿਕਵਰੀ ਸਕੀਮ ਡਜ਼ ਨਾਟ ਵਰਕ। ਠੀਕ ਹੈ, ਇਹ ਤਰੀਕਾ ਕੰਮ ਨਹੀਂ ਕਰੇਗਾ, ਇਹ ਦੋਨੇ ਤਰੀਕੇ ਕੰਮ ਨਹੀਂ ਕਰਨ। ਫਿਰ ਕੰਮ ਕਿਵੇਂ ਕਰਨਾ ਉਹ ਆਪਾਂ ਲੌਗ ਬੇਸਡ ਰਿਕਵਰੀ ਤੋਂ ਕਰਾਂ। ਲੌਗ ਬੇਸਡ ਰਿਕਵਰੀ ਕੀ ਹੈ? ਜਦੋਂ ਵੀ ਤੁਸੀਂ DBMS ਮਤਲਬ ਜਿਹੜਾ DBMS ਹੈ ਕੋਈ ਟ੍ਰਾਂਜੈਕਸ਼ਨ ਐਗਜ਼ੀਕਿਊਟ ਕਰਦਾ ਹੈ ਤਾਂ ਉਹਦਾ ਇੱਕ ਲੌਗ ਬਣਾਉਂਦਾ ਹੈ। ਲੌਗ ਦਾ ਮਤਲਬ ਉਹਦੀ ਪੂਰੀ ਡਿਟੇਲ ਸਟੋਰ ਕਰਦਾ ਹੈ। ਕਿੰਨੇ ਵਜੇ ਟ੍ਰਾਂਜੈਕਸ਼ਨ ਸ਼ੁਰੂ ਹੋਈ, ਟ੍ਰਾਂਜੈਕਸ਼ਨ ਦਾ ID ਕੀ ਸੀ, ਉਹਦਾ ਡਾਟਾ ਆਈਟਮ ਕਿਹੜੀ ਚੇਂਜ ਹੋ ਰਹੀ ਸੀ, ਉਹਦੀ ਪੁਰਾਣੀ ਵੈਲਿਊ ਕੀ ਸੀ, ਉਹਦੀ ਨਵੀਂ ਵੈਲਿਊ ਕੀ ਸੀ, ਇਹ ਸਾਰੀ ਇਨਫੋਰਮੇਸ਼ਨ ਉਹ ਇੱਕ ਲੌਗ ਬੁੱਕ ਦੇ ਵਿੱਚ ਸਟੋਰ ਕਰਕੇ ਰੱਖਦਾ। ਜਿਵੇਂ ਆਪਾਂ ਐਕਟੀਵਿਟੀ ਬੁੱਕ ਕਹਿ ਸਕਦੇ ਹਾਂ, ਉਹ 'ਚ ਸਟੋਰ ਕਰਕੇ ਰੱਖਦਾ। ਡਾਟਾਬੇਸ 'ਚ ਜਿਹੜੀਆਂ ਚੇਂਜਸ ਕਰਨੀਆਂ ਨੇ ਉਹ ਅਲੱਗ ਨੇ। ਲੌਗ ਰਿਕਾਰਡ ਇੱਕ ਅਲੱਗ ਰਿਕਾਰਡ ਹੈ ਜਿਹਦੇ ਵਿੱਚ ਟ੍ਰਾਂਜੈਕਸ਼ਨ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਸਟੋਰ ਕੀਤੀ ਜਾਂਦੀ ਹੈ। ਹੁਣ ਉਹਦੇ ਨਾਲ ਰਿਕਵਰੀ ਕਿਵੇਂ ਹੋਏਗੀ ਉਹ ਆਪਾਂ ਦੇਖਦੇ ਹਾਂ। ਦ ਮੋਸਟ ਵਾਈਡਲੀ ਯੂਜ਼ਡ ਸਟਰਕਚਰ ਫॉर ਰਿਕਾਰਡਿੰਗ ਡਾਟਾਬੇਸ ਮੋਡੀਫਿਕੇਸ਼ਨ ਇਜ਼ ਦਾ ਲੌਗ। ਡਾਟਾਬੇਸ ਜਦੋਂ ਵੀ ਮੋਡੀਫਿਕੇਸ਼ਨ ਹੋਣੀ ਹੈ ਉਹਦਾ ਇੱਕ ਲੌਗ ਰਿਕਾਰਡ ਰੱਖਿਆ ਜਾਏਗਾ। ਦ ਲੌਗ ਇਜ਼ ਅ ਸੀਕੁਐਂਸ ਆਫ ਲੌਗ ਰਿਕਾਰਡਸ ਰਿਕਾਰਡਿੰਗ ਆਲ ਦ ਅਪਡੇਟ ਐਕਟੀਵਿਟੀਜ਼ ਇਨ ਦ ਡਾਟਾਬੇਸ। ਠੀਕ ਹੈ, ਜੋ ਵੀ ਅਪਡੇਟ, ਡਿਲੀਟ, ਇਨਸਰਟ ਕੁਝ ਵੀ ਹੋ ਰਿਹਾ ਉਹਦਾ ਇੱਕ ਲੌਗ ਰੱਖਿਆ ਜਾਂਦਾ। ਐਨ ਅਪਡੇਟ ਲੌਗ ਰਿਕਾਰਡ ਡਿਸਕ੍ਰਾਈਬਸ ਅ ਸਿੰਗਲ ਡਾਟਾਬੇਸ ਰਾਈਟ। ਇਟ ਹੈਜ਼ 3 ਫੀਲਡਸ। ਇੱਕ ਰਿਕਾਰਡ ਦੇ ਵਿੱਚ ਇੱਕ ਰਾਈਟ ਦੱਸਿਆ ਜਾਂਦਾ ਹੈ। ਇੱਕ ਰਾਈਟ ਮਤਲਬ ਜੇ ਟ੍ਰਾਂਜੈਕਸ਼ਨ ਦੇ ਵਿੱਚ 10 ਸਟੇਟਮੈਂਟ ਨੇ ਰਾਈਟ ਕਰਨੀਆਂ ਤਾਂ 10 ਲੌਗ ਰਿਕਾਰਡ ਬਣਨਗੇ, ਹਰੇਕ ਸਟੇਟਮੈਂਟ ਦਾ ਅੱਡ ਸਿੰਗਲ ਰਾਈਟ। ਕਈ ਵਾਰ ਇੱਕ ਸਟੇਟਮੈਂਟ ਇੱਕ ਤੋਂ ਜ਼ਿਆਦਾ ਰਾਈਟ ਵੀ ਕਰ ਦਿੰਦੀ ਹੈ, 2-3 ਆਈਟਮਸ ਇਕੱਠੀਆਂ ਚੇਂਜ ਕਰ ਦਿੰਦੀ ਹੈ। ਤਾਂ ਹਰੇਕ ਆਈਟਮ ਦੇ ਲਈ ਇੱਕ ਅਲੱਗ ਰਿਕਾਰਡ ਉਹਦੇ 'ਚ ਸਟੋਰ ਕੀਤਾ ਜਾਂਦਾ। ਉਹਦੇ ਵਿੱਚ ਹੁੰਦਾ ਕੀ ਹੈ ਲੌਗ ਰਿਕਾਰਡ 'ਚ? ਟ੍ਰਾਂਜੈਕਸ਼ਨ ਆਇਡੈਂਟੀਫਾਇਰ। ਟ੍ਰਾਂਜੈਕਸ਼ਨ ਦਾ ਇੱਕ ID ਹੁੰਦਾ ਪ੍ਰੋਪਰ, ਜਿਵੇਂ ਆਪਾਂ ਕਹਿੰਦੇ ਹਾਂ ID ਆਧਾਰ ਕਾਰਡ ਕਹਿ ਦਿੰਦੇ ਹਾਂ, ਉਵੇਂ ਉੱਥੇ ਇੱਕ ਨੰਬਰ ਹੁੰਦਾ ਪ੍ਰੋਪਰ ਟ੍ਰਾਂਜੈਕਸ਼ਨ ਦਾ ਵੀ ਆਹ ਟ੍ਰਾਂਜੈਕਸ਼ਨ ID ਹੈ। ਕਿਹੜੀ ਡਾਟਾ ਆਈਟਮ ਚੇਂਜ ਹੋ ਰਹੀ ਹੈ, ਡਾਟਾ ਆਈਟਮ ਆਇਡੈਂਟੀਫਾਇਰ, ਉਹਦਾ ਵੀ ਇੱਕ ਆਇਡੈਂਟੀਫਾਇਰ ਹੁੰਦਾ, ਉਹਦਾ ਨੰਬਰ ਲਾਇਆ ਜਾਂਦਾ। ਓਲਡ ਵੈਲਿਊ ਆਫ ਡਾਟਾ ਆਈਟਮ, ਡਾਟਾ ਆਈਟਮ ਦੀ ਪੁਰਾਣੀ ਵੈਲਿਊ ਕੀ ਸੀ। ਨਿਊ ਵੈਲਿਊ ਆਫ ਡਾਟਾ ਆਈਟਮ, ਡਾਟਾ ਆਈਟਮ ਦੀ ਨਵੀਂ ਵੈਲਿਊ ਕੀ ਹੈ। ਇਹ ਸਾਰੀਆਂ ਚੀਜ਼ਾਂ ਲੌਗ ਰਿਕਾਰਡ 'ਚ ਸਟੋਰ ਹੁੰਦੀਆਂ ਨੇ। ਫॉर एग्जांपल, a log when some name is changed may look like this।
ਜਦੋਂ ਲੌਗ ਰਿਕਾਰਡ ਇਦਾਂ ਦਾ ਹੋਏਗਾ, ਕੋਈ ਨਾਮ ਚੇਂਜ ਕਰਨਾ, ਮੰਨ ਲਓ ਰਾਜਾ ਸੀ, ਉਹ ਨਾਮ ਬਦਲ ਕੇ ਰਾਣਾ ਕਰਨਾ, ਰਾਜਾ ਦਾ ਨਾਮ ਬਦਲ ਕੇ ਰਾਣਾ ਕਰਨਾ, ਠੀਕ ਕਰਨਾ ਹੈ ਮੰਨ ਲਓ, ਤਾਂ ਉਹਦਾ ਲੌਗ ਰਿਕਾਰਡ ਇਦਾਂ ਦਾ ਬਣੇਗਾ ਟੀ ਕੌਮਾ ਸਟਾਰਟ, ਫਿਰ ਟੀ ਮਤਲਬ ਟ੍ਰਾਂਜੈਕਸ਼ਨ ਆਇਡੈਂਟੀਫਾਇਰ, ਨੇਮ ਮਤਲਬ ਡਾਟਾ ਆਈਟਮ ਦਾ ਨਾਮ ਕੀ ਹੈ, ਰਾਜਾ ਡਾਟਾ ਆਈਟਮ ਦਾ ਨਾਮ ਹੈ ਨੇਮ, ਮਤਲਬ ਨੇਮ ਚੇਂਜ ਹੋ ਰਿਹਾ ਨਾ, ਡਾਟਾ ਆਈਟਮ ਦਾ ਨਾਮ ਹੈ ਨੇਮ, ਰਾਜਾ ओल्ड वैल्यू है, राणा न्यू वैल्यू है, फिर टी कॉमा कमिट, कमिट मतलब एंड, सेव द चेंजेस। ऐदा ये लॉग रिकॉर्ड एक आइटम के चेंज होने का, इदा का हरेक आइटम के चेंज होने का या अपडेट का, इंसर्ट का, डिलीट का एक लॉग रिकॉर्ड बनता है। हुण इहदा फायदा की होएगा, किवें रिकवरी करेगा ये, वो आपां अगे देखते हैं। ਇਹਦੇ 'ਚ दो तरीके यूज किए जाएंगे। पहला है इमीडिएट डाटाबेस मॉडिफिकेशन। इमीडिएट डाटाबेस मॉडिफिकेशन भी नाल दी नाल ही डाटाबेस मॉडिफाई करी जाना है, नाल दी नाल ही करी जाना है, ज्यों ज्यों लॉग जाए लॉग वधी जाएगा, लॉग च रिकॉर्ड होई जाएगा, नाल दी नाल डाटाबेस चेंजेस होई जाणगीਆਂ, इस करके नाम है इमीडिएट डाटाबेस मॉडिफिकेशन। द इमीडिएट डाटाबेस मॉडिफिकेशन टेक्निक अलाउज डाटाबेस मॉडिफिकेशन टू बी डन टू द डाटाबेस while the transaction is still in the active state। ट्रांजैक्शन चल रही है, ट्रांजैक्शन एक्टिव है, वो अपने काम कर रही है, नाल दी नाल ही डाटाबेस दे विच डाटा अपडेट हो रहा है, नाल दी नाल ही लॉग दे विच लॉग जावे। The data modification written by active transactions are called uncommitted modification। डाटाबेस दे विच चेंज हो रही है पर कमिट नहीं हुई, कमिट मतलब परमानेंट सेव नहीं की गई। एक कमिट कमांड होंदी है जो एंड च दिन्ने आ असीं, जिहदे नाल सारियां चीज़ां परमानेंट हो जांदियां ने। जिन्ना चिर कमिट नहीं करते उन्ना चिर तक अनडू कर सकते हैं, जिन्होंने डाटाबेस कहने आ, रिवोक कर सकते हैं, वापस कर सकते हैं, उन्होंने आपां उन्हां चीज़ां नूं कैंसल कर सकते हैं, ठीक है, उन्होंने वापस कर सकते हैं आपां जिहड़ियां चेंजेस कीतियां गईयां। ਤਾਂ ਅਨਕਮਿਟਡ ਜਿਹੜੀਆਂ ਮੋਡੀਫਿਕੇਸ਼ਨਸ ਨੇ ਉਹ ਮੰਨੀਆਂ ਜਾਣਗੀਆਂ ਉਹ, ਕਿਉਂਕਿ ਨਾਲ ਦੀ ਨਾਲ ਹੋ ਰਹੀਆਂ ਨੇ। ਇਫ ਦਾ ਸਿਸਟਮ ਕ੍ਰੈਸ਼ ਔਰ ਟ੍ਰਾਂਜੈਕਸ਼ਨ ਅਬੋਰਟਸ, ਜਾਂ ਸਿਸਟਮ ਕ੍ਰੈਸ਼ ਹੋ ਜਾਵੇ ਜਾਂ ਟ੍ਰਾਂਜੈਕਸ਼ਨ ਅਬੋਰਟ ਹੋ ਜਾਵੇ, ਕੈਂਸਲ ਹੋ ਜਾਵੇ, then the old value field of the log record is used to restore the modified data items to the value they had prior to the start of the transaction। ਮੰਨ ਲਓ ਕਿ ਵਿਚਾਲੇ ਟ੍ਰਾਂਜੈਕਸ਼ਨ ਰੁਕ ਗਈ ਤਾਂ ਕੀ ਹੋਏਗਾ, ਲੌਗ ਦੇ ਵਿੱਚੋਂ ਪੁਰਾਣੀ ਵੈਲਿਊ ਚੱਕ ਕੇ ਉੱਥੇ ਆਪਾਂ ਉਹਨਾਂ ਵੈਲਿਊਜ਼ ਜਿਹੜੀਆਂ ਚੇਂਜਸ ਹੋਈਆਂ ਨੇ ਅੱਧੀਆਂ ਪਚੰਦੀਆਂ, ਉਹਨਾਂ ਤੇ ਪੁਰਾਣੀਆਂ ਵੈਲਿਊਜ਼ ਪਾ ਦਿਆਂਗੇ ਤਾਂ ਜੋ ਜਿਹੜੀ ਟ੍ਰਾਂਜੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਸਟੇਟ ਸੀ ਉੱਥੇ ਉਹ ਵਾਪਸ ਚਲੀ ਜਾਏ। ਇਹ ਇੱਕ ਤਰੀਕਾ ਹੈ। ट्रांजैक्शन के विचाले फेल होने के नाल जिन्नियां भी मॉडिफिकेशनस हुई ने लॉग रिकॉर्ड चों ओल्ड वैल्यूज़ मिल जाणगियां, वो वापस उन्हां न्यू वैल्यूज़ नूं खत्म करके नवीं पुरानियां वैल्यूज़ पा दांगे तां जो शुरू होने वाली स्टेट ते वापस चली जाए, स्टेट जिहड़ी है ट्रांजैक्शन के शुरू होने तो पहलां दी डाटाबेस। दिस रीस्टोरेशन इज अकंप्लिश्ड थ्रू द अनडू ऑपरेशन। असीं लिखदे हां अनडू टी, मतलब उहनूं अनडू कर सकदे हां, असीं कैंसल कर सकदे हां। इट रीस्टोर्स the value of all data items updated by transaction T to the old values. Before a transaction T starts its execution, the record T comma start is written to the log। वो आप पीछे पढ़े। During its execution, any write X operation by T is performed by writing of the appropriate new update record to the log। When T partially commits, the record T comma commit is written to the लॉग। ठीक है, इस तरह नाल आप पिछे पढ़ चुके हैं, तो सिर्फ एक्सप्लेनेशन है। यदि जो शुरू होंगी है टी कॉमा स्टार्ट, फिर कोई